प्यारे विद्यार्थियों, मैं मनजीत पुरी ਲੈਕਚਰਰ ਪੰਜਾਬੀ ਇੱਕ ਵਾਰ ਫੇਰ ਹਾਜ਼ਰ ਹਾਂ ਅੱਜ ਦਾ ਆਪਣਾ ਇਹ ਲੈਕਚਰ ਲੈ ਕੇ। ਪਿਆਰੇ ਵਿਦਿਆਰਥੀਓ, ਅੱਜ ਆਪਾਂ ਸਾਡੇ 12ਵੀਂ ਜਮਾਤ ਦੇ ਪੰਜਾਬੀ ਲਾਜ਼ਮੀ ਦੇ ਪਾਠਕ੍ਰਮ ਦੇ ਵਿੱਚ ਸ਼ਾਮਲ ਪੰਜਾਬੀ ਦੇ ਸਮਰੱਥ ਤੇ ਚਰਚਿਤ ਕਵੀ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੀ ਲਿਖੀ ਹੋਈ ਕਵਿਤਾ ਤਾਜ ਮਹਿਲ ਪੜ੍ਹਾਂਗੇ। ਤੇ ਇਸ ਦੇ ਨਾਲ ਆਪਾਂ ਕੁਝ ਗੱਲਾਂ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੇ ਜੀਵਨ ਬਾਰੇ ਤੇ ਪੰਜਾਬੀ ਸਾਹਿਤ ਪੰਜਾਬੀ ਕਵਿਤਾ ਨੂੰ ਉਹਨਾਂ ਦੀ ਦੇਣ ਬਾਰੇ ਵੀ ਇਸ ਲੈਕਚਰ ਦੇ ਵਿੱਚ ਪੜ੍ਹਾਂਗੇ। ਸੋ ਪਿਆਰੇ ਵਿਦਿਆਰਥੀਓ, ਆਓ ਫਿਰ ਆਪਾਂ ਅੱਜ ਦਾ ਇਹ ਲੈਕਚਰ ਸ਼ੁਰੂ ਕਰਦੇ ਹਾਂ। ਵਿਦਿਆਰਥੀਓ, ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਆਪਾਂ ਅੱਜ ਪੰਜਾਬੀ ਦੇ ਸਮਰੱਥ ਪਿਆਰੇ ਤੇ ਚਰਚਿਤ ਕਵੀ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੀ ਲਿਖੀ ਹੋਈ ਕਵਿਤਾ ਤਾਜ ਮਹਿਲ ਪੜ੍ਹਨੀ ਹੈ। ਤਾਜ ਮਹਿਲ ਕੀ ਚੀਜ਼ ਹੈ, ਸਭ ਤੋਂ ਪਹਿਲਾਂ ਆਪਾਂ ਇੱਕ ਮੋਟੀ ਜਿਹੀ ਨਜ਼ਰ ਇਸ ਗੱਲ ਦੇ ਉੱਪਰ ਮਾਰਦੇ ਹਾਂ। ਆ ਜਿਹੜੀ ਤਸਵੀਰ ਤੁਸੀਂ ਵਿਦਿਆਰਥੀਓ ਸਕਰੀਨ ਦੇ ਉੱਪਰ ਦੇਖ ਰਹੇ ਹੋ, ਜਿਹੜੀ ਮੈਂ ਰਾਊਂਡ ਕੀਤੀ ਆ, ਇਹ ਤਸਵੀਰ ਤਾਜ ਮਹਿਲ ਦੀ ਤਸਵੀਰ ਹੈ। ਇਹ ਤਾਜ ਮਹਿਲ ਭਾਰਤ ਦੇ ਰਾਜ ਉੱਤਰ ਪ੍ਰਦੇਸ਼ ਦੇ ਸ਼ਹਿਰ ਆਗਰਾ ਦੇ ਵਿੱਚ ਬਣਿਆ ਹੋਇਆ। ਇਸ ਤਾਜ ਮਹਿਲ ਨੂੰ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਬਣਵਾਇਆ ਸੀ। ਅਸਲ ਵਿੱਚ ਤਾਜ ਮਹਿਲ ਇੱਕ ਕਿਸਮ ਦੀ ਕਬਰ ਹੈ। ਸ਼ਾਹਜਹਾਂ ਦੀ ਬੇਗਮ ਮੁਮਤਾਜ਼ ਨੂੰ ਇੱਥੇ ਦਫਨਾਇਆ ਗਿਆ ਸੀ ਔਰ ਜਿੱਥੇ ਉਹਨਾਂ ਨੂੰ ਦਫਨਾਇਆ ਗਿਆ ਉਸ ਕਬਰ ਦੇ ਉੱਪਰ ਇੱਕ ਸਮਾਰਕ ਦੀ ਉਸਾਰੀ ਕਰ ਦਿੱਤੀ ਗਈ, ਜਿਸ ਨੂੰ ਮੁਮਤਾਜ਼ ਮਹਿਲ ਦੇ ਨਾਮ ਨਾਲ ਜਾਣਿਆ ਗਿਆ ਅਤੇ ਹੌਲੀ ਹੌਲੀ ਇਹਨੂੰ ਫਿਰ ਤਾਜ ਮਹਿਲ ਕਿਹਾ ਜਾਣ ਲੱਗਾ। ਦੂਸਰੀ ਗੱਲ ਕਿ ਇਸ ਤਾਜ ਮਹਿਲ ਦੀ ਗਿਣਤੀ ਦੁਨੀਆ ਦੇ 7 ਅਜੂਬਿਆਂ ਦੇ ਵਿੱਚ ਕੀਤੀ ਜਾਂਦੀ ਆ, ਇਹਦੀ ਖੂਬਸੂਰਤੀ ਕਰਕੇ ਔਰ ਇਹਦੀ ਕਾਰੀਗਰੀ ਕਰਕੇ। ਤੀਸਰੀ ਗੱਲ ਕਿ ਇਹ ਚਿੱਟੇ ਰੰਗ ਦੇ ਸੰਗਮਰਮਰ ਦਾ ਪੱਥਰ ਦਾ ਬਣਿਆ ਹੋਇਆ ਹੈ। ਇਹਦੇ ਵਿੱਚ ਕਿਤੇ ਵੀ ਹੋਰ ਕੋਈ ਚੀਜ਼ ਆ ਜਿਹੜੀ ਨਹੀਂ ਵਰਤੀ ਗਈ, ਸਿਰਫ ਤੋਂ ਸਿਰਫ ਵਾਈਟ ਕਲਰ ਦਾ ਚਿੱਟੇ ਰੰਗ ਦਾ ਪੱਥਰ ਇਹਦੇ ਵਿੱਚ ਵਰਤਿਆ ਗਿਆ ਔਰ ਇਹਨੂੰ ਤਿਆਰ ਕਰਨ 'ਤੇ ਬਹੁਤ ਲੰਬਾ ਸਮਾਂ ਲੱਗਾ ਅਤੇ ਉਸ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਕਹਾਣੀਆਂ ਪ੍ਰਚਲਿਤ ਹੋਈਆਂ ਕਿ ਕਿਵੇਂ ਉੱਥੇ ਲੋਕਾਂ ਨੂੰ ਜ਼ਬਰਦਸਤੀ ਬੰਦੀ ਬਣਾ ਕੇ ਕੰਮ ਕਰਵਾਏ ਗਏ, ਧੱਕੇ ਨਾਲ ਉਹਨਾਂ ਦੇ ਉੱਪਰ ਬਹੁਤ ਸਾਰੇ ਜ਼ੁਲਮ ਕੀਤੇ ਗਏ ਅਤੇ ਫਿਰ ਕਿਤੇ ਜਾ ਕੇ ਇਸ ਤਾਜ ਮਹਿਲ ਦੀ ਉਸਾਰੀ ਹੋਈ। ਕਿਉਂਕਿ ਜਿਹੜੇ ਇਹਦੇ ਵਿੱਚ ਪੱਥਰ ਲੱਗੇ ਹੋਏ ਨਾ, ਉਹ ਪੂਰੇ ਦੇ ਪੂਰੇ ਪੀਸ ਲੱਗੇ ਹੋਏ ਆ, ਪੂਰੇ ਦੇ ਪੂਰੇ ਉਹਨਾਂ ਨੂੰ ਤੋੜਿਆ ਭੰਨਿਆ ਨਹੀਂ ਗਿਆ, ਵੱਡੇ ਵੱਡੇ ਪੀਸ ਆ ਔਰ ਉਹਨਾਂ ਦੇ ਉੱਪਰ ਫਿਰ ਨਕਾਸ਼ੀ ਕੀਤੀ ਗਈ, ਉਹਨਾਂ ਨੂੰ ਘੜਿਆ ਗਿਆ, ਉਹਨਾਂ ਨੂੰ ਗੁਲਾਈਆਂ ਦਿੱਤੀਆਂ ਗਈਆਂ। ਇਹ ਬਹੁਤ ਲੰਬਾ ਕੰਮ ਸੀ ਅਤੇ ਉਹਨਾਂ ਵੇਲਿਆਂ 'ਚ ਕੋਈ ਮਸ਼ੀਨਰੀ ਵੀ ਨਹੀਂ ਸੀਗੀ ਅਤੇ ਇਹ ਸਾਰਾ ਕੰਮ ਆ ਜਿਹੜਾ ਉਹ ਹੱਥਾਂ ਨਾਲ ਕੀਤਾ ਗਿਆ ਸੀ। ਇਸ ਕਰਕੇ ਬਹੁਤ ਲੰਬਾ ਸਮਾਂ ਬਹੁਤ ਸਾਰੇ ਲੋਕਾਂ ਨੇ ਇੱਥੇ ਮਜ਼ਦੂਰੀ ਮਿਹਨਤ ਕੀਤੀ ਅਤੇ ਫਿਰ ਕਿਤੇ ਜਾ ਕੇ ਇਹ ਸਮਾਰਕ ਤਿਆਰ ਹੋਈ। ਪ੍ਰੋਫੈਸਰ ਮੋਹਨ ਸਿੰਘ ਹੋਰੀ ਇਸ ਤਾਜ ਮਹਿਲ ਦੀ ਖੂਬਸੂਰਤੀ ਨੂੰ ਇੱਕ ਵੱਖਰੇ ਜ਼ਾਵੀਏ ਤੋਂ, ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਦੇ ਆ, ਉਹ ਆਪਾਂ ਇਸ ਕਵਿਤਾ ਦੇ ਵਿੱਚ ਪੜ੍ਹਾਂਗੇ। ਤੋ ਵਿਦਿਆਰਥੀਓ, ਸਭ ਤੋਂ ਪਹਿਲਾਂ ਕਵਿਤਾ ਪੜ੍ਹਨ ਤੋਂ ਪਹਿਲਾਂ ਆਪਾਂ ਦੇਖਦੇ ਹਾਂ, ਇੱਕ ਮੋਟੀ ਜਿਹੀ ਨਜ਼ਰ ਮਾਰਦੇ ਹਾਂ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੇ ਜੀਵਨ ਬਾਰੇ। ਇਹ ਜਿਹੜੀ ਤਸਵੀਰ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ, ਇਹ ਪੰਜਾਬੀ ਦੇ ਪਿਆਰੇ ਕਵੀ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੀ ਤਸਵੀਰ ਹੈ। ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦਾ ਜਨਮ 20 ਅਕਤੂਬਰ 1905 ਈਸਵੀ ਨੂੰ ਹੋਤੀ ਮੈਦਾਨ ਪਾਕਿਸਤਾਨ ਦੇ ਵਿੱਚ ਹੋਇਆ। 1905 ਈਸਵੀ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦਾ ਜਨਮ ਹੋਇਆ ਅਤੇ 1905 ਈਸਵੀ ਦੇ ਵਿੱਚ ਹੋਤੀ ਮੈਦਾਨ ਅਣਵੰਡੇ ਪੰਜਾਬ ਦਾ ਹਿੱਸਾ ਸੀਗਾ। ਲਗਭਗ ਪੇਸ਼ਾਵਰ ਦੇ ਨੇੜੇ ਤੇੜੇ ਇਹ ਜਗ੍ਹਾ ਹੈਗੀ ਆ ਜਿੱਥੇ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦਾ ਜਨਮ ਹੋਇਆ। 1947 ਦੇ ਵਿੱਚ ਵੰਡ ਤੋਂ ਬਾਅਦ
ਇਹ ਇਲਾਕਾ ਪਾਕਿਸਤਾਨ ਦੇ ਹਿੱਸੇ ਆ ਗਿਆ। ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦਾ ਜੱਦੀ ਪਿੰਡ ਆ ਜਿਹੜਾ ਉਹ ਧਮਿਆਲ ਹੈ, ਜਿਹੜਾ ਕਿ ਰਾਵਲਪਿੰਡੀ ਦੇ ਨਜ਼ਦੀਕ ਪੈਂਦਾ। ਇਹ ਵੀ ਪਾਕਿਸਤਾਨ ਦੇ ਵਿੱਚ ਹੈ ਅੱਜ ਕੱਲ੍ਹ, ਅਤੇ ਇਸ ਇਲਾਕੇ ਨੂੰ ਪੋਠੋਹਾਰ ਦੇ ਇਲਾਕੇ ਦੇ ਨਾਮ ਨਾਲ ਜਾਣਿਆ ਜਾਂਦਾ। ਇਸੇ ਕਰਕੇ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੀ ਬਹੁਤ ਸਾਰੀ ਕਵਿਤਾ ਦੇ ਵਿੱਚ ਪੋਠੋਹਾਰ ਦੇ ਇਲਾਕੇ ਦਾ ਜ਼ਿਕਰ ਆਉਂਦਾ। ਉਹਨਾਂ ਦੀ ਇੱਕ ਬੜੀ ਪਿਆਰੀ ਕਵਿਤਾ ਵੀ ਹੈ ਕੁੜੀ ਪੋਠੋਹਾਰ ਦੀ, ਔਰ ਬਹੁਤ ਸਾਰੇ ਗੀਤ ਉਹਨਾਂ ਨੇ ਪੋਠੋਹਾਰੀ ਭਾਸ਼ਾ ਦੇ ਵਿੱਚ ਵੀ ਲਿਖੇ, ਅਤੇ ਬੜਾ ਉਹਨਾਂ ਨੂੰ ਇਸ ਇਲਾਕੇ ਦੇ ਨਾਲ ਮੋਹ ਸੀ, ਜਿਹੜਾ ਕਿ ਉਹਨਾਂ ਦੀਆਂ ਲਿਖਤਾਂ ਦੇ ਵਿੱਚੋਂ ਦੇਖਣ ਨੂੰ ਮਿਲਦਾ। ਪ੍ਰੋਫੈਸਰ ਮੋਹਨ ਸਿੰਘ ਹੋਰਾਂ ਨੇ ਬਹੁਤ ਸਾਰੀਆਂ ਕਾਵਿ ਰਚਨਾਵਾਂ, ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਪਾਏ, ਜਿਨ੍ਹਾਂ ਦੇ ਵਿੱਚੋਂ ਚਾਰ ਹੰਝੂ, ਫਿਰ ਸਾਵੇ ਪੱਤਰ। ਸਾਵੇ ਪੱਤਰ ਕਾਵਿ ਸੰਗ੍ਰਹਿ ਪੰਜਾਬੀ ਦੇ ਵਿੱਚ ਬਹੁਤ ਪੜ੍ਹਿਆ ਗਿਆ ਔਰ ਲੋਕਾਂ ਵੱਲੋਂ ਬੜਾ ਪਸੰਦ ਕੀਤਾ ਗਿਆ ਕਾਵਿ ਸੰਗ੍ਰਹਿ ਸੀਗਾ। ਕੁਸੰਬੜਾ ਜਿਹੜੀ ਕਵਿਤਾ ਸਾਡੇ ਪਾਠਕ੍ਰਮ ਦੇ ਵਿੱਚ ਸ਼ਾਮਲ ਹੈ, ਉਹ ਇਸ ਕਾਵਿ ਸੰਗ੍ਰਹਿ ਦੇ ਵਿੱਚੋਂ ਲਈ ਗਈ ਹੈ, ਕੁਸੰਬੜਾ ਦੇ ਵਿੱਚੋਂ। ਅਗਲਾ ਕਾਵਿ ਸੰਗ੍ਰਹਿ ਹੈ ਅੱਧ ਬਾਟੇ, ਉਸ ਤੋਂ ਬਾਅਦ ਕੱਚ ਸੱਚ, ਫਿਰ ਆਵਾਜ਼ਾਂ, ਵੱਡਾ ਵੇਲਾ, ਜੰਦਰੇ, ਜੈ ਮੀਰ, ਬੂਹੇ ਅਤੇ ਨਨਕਾਇਣ। ਨਨਕਾਇਣ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੇ ਕਾਵਿ ਸੰਗ੍ਰਹਿ ਹਨ। ਨਨਕਾਇਣ ਆ ਜਿਹੜਾ ਉਹ ਮਹਾਂਕਾਵਿ ਹੈ, ਜਿਹੜਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਉੱਪਰ ਆਧਾਰਿਤ ਹੈ, ਅਤੇ ਸਾਡੇ ਪਾਠਕ੍ਰਮ ਦੇ ਵਿੱਚ ਸ਼ਾਮਲ ਕਵਿਤਾ ਤਾਜ ਮਹਿਲ ਉਹਨਾਂ ਦੇ ਕਾਵਿ ਸੰਗ੍ਰਹਿ ਕੁਸੰਬੜਾ ਦੇ ਵਿੱਚੋਂ ਲਈ ਗਈ ਹੈ। ਇਸ ਤੋਂ ਇਲਾਵਾ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਨੇ ਬਹੁਤ ਸਾਰਾ ਅਨੁਵਾਦ ਕਾਰਜ ਵੀ ਕੀਤਾ, ਜਿਹਦੇ ਵਿੱਚ ਲਾਈਟ ਆਫ ਏਸ਼ੀਆ ਨਾਂ ਦੀ ਵੱਡੀ ਕਿਤਾਬ ਉਹਨਾਂ ਨੇ ਏਸ਼ੀਆ ਦਾ ਚਾਨਣ ਸਿਰਲੇਖ ਅਧੀਨ ਪੰਜਾਬੀ ਦੇ ਵਿੱਚ ਅਨੁਵਾਦ ਕੀਤੀ। ਇਸੇ ਤਰ੍ਹਾਂ ਸ਼ੋਲੋਖੋਬ ਦਾ ਵੱਡ ਆਕਾਰੀ ਨਾਵਲ ਵਿਰਜਨ ਸੋਇਲ ਅਪਟੰਡ, ਧਰਤੀ ਪਾਸਾ ਪਰਤਿਆ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ। ਸਤਰੰਗੀ ਪੀਂਘ ਨਾਂ ਦੀ ਕਿਤਾਬ ਉਹਨਾਂ ਨੇ ਪੰਜਾਬੀ 'ਚ ਅਨੁਵਾਦ ਕੀਤੀ। ਨਿਰਮਲਾ ਔਰ ਗੋਦਾਨ ਇਹ ਦੋਨੋਂ ਹਿੰਦੀ ਦੇ ਵੱਡੇ ਨਾਵਲਕਾਰ ਮੁਨਸ਼ੀ ਪ੍ਰੇਮ ਚੰਦ ਹੋਰਾਂ ਦਾ ਨਾਵਲ ਉਹਨਾਂ ਨੇ ਪੰਜਾਬੀ ਦੇ ਵਿੱਚ ਅਨੁਵਾਦ ਕੀਤੇ। ਪੀਂਘ ਨਾਵਲ ਉਹਨਾਂ ਨੇ ਪੰਜਾਬੀ 'ਚ ਅਨੁਵਾਦ ਕੀਤਾ, ਔਰ ਜਵਾਹਰ ਲਾਲ ਨਹਿਰੂ ਦੀਆਂ ਪਿਤਾ ਵੱਲੋਂ ਧੀ ਨੂੰ ਚਿੱਠੀਆਂ, ਇਹ ਇੱਕ ਵਾਰਤਕ ਦੀ ਕਿਤਾਬ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਨੇ ਪੰਜਾਬੀ ਦੇ ਵਿੱਚ ਅਨੁਵਾਦ ਕੀਤੀ। ਸੋਫੋਕਲੀਸ ਦੇ ਯੂਨਾਨੀ ਨਾਟਕ ਰਾਜਾ ਈਡੀਪਸ, ਇਹ ਵੀ ਉਹਨਾਂ ਨੇ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਨੇ ਪੰਜਾਬੀ ਦੇ ਵਿੱਚ ਅਨੁਵਾਦ ਕੀਤੇ। ਮਹਾਂਕਾਵਿ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਨਨਕਾਇਣ ਨਾਂ ਦਾ ਉਹਨਾਂ ਨੇ ਮਹਾਂਕਾਵਿ ਲਿਖਿਆ, ਜਿਹੜਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਉੱਪਰ ਆਧਾਰਿਤ ਸੀ। ਇੱਕ ਕਹਾਣੀਆਂ ਦੀ ਕਿਤਾਬ ਵੀ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਨੇ ਲਿਖੀ, ਨਿੱਕੀ ਨਿੱਕੀ ਵਾਸ਼ਨਾ। ਸੋ ਇੰਨੇ ਸਾਰੇ ਕਾਵਿ ਰਚਨਾਵਾਂ, ਇੰਨਾ ਸਾਰਾ ਅਨੁਵਾਦ ਕਾਰਜ ਔਰ ਮਹਾਂਕਾਵਿ ਅਤੇ ਨਾਲ ਨਾਲ ਕਹਾਣੀਆਂ ਲਿਖਣ ਵਾਲਾ ਸਾਡਾ ਇਹ ਪਿਆਰਾ ਅਤੇ ਵੱਡਾ ਕਵੀ ਪ੍ਰੋਫੈਸਰ ਮੋਹਨ ਸਿੰਘ, ਜਿਨ੍ਹਾਂ ਦੀ ਕਵਿਤਾ ਆਪਾਂ ਅੱਜ ਪੜ੍ਹਨ ਜਾ ਰਹੇ ਹਾਂ, ਤਾਜ ਮਹਿਲ। ਤੋ ਆਪਾਂ ਇਸ ਕਵਿਤਾ ਨੂੰ ਵਿਦਿਆਰਥੀਓ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਪੜ੍ਹਾਂਗੇ। ਪਹਿਲੇ ਹਿੱਸੇ ਦੇ ਵਿੱਚ ਆਪਾਂ ਇਸ ਕਵਿਤਾ ਨੂੰ ਸਿਰਫ ਮਾਣਾਂਗੇ, ਇਸ ਕਵਿਤਾ ਨੂੰ ਸਿਰਫ ਪੜ੍ਹਾਂਗੇ, ਉਚਾਰਨ ਕਰਾਂਗੇ, ਔਰ ਦੂਸਰੇ ਹਿੱਸੇ ਦੇ ਵਿੱਚ ਆਪਾਂ ਇਸ ਕਵਿਤਾ ਦਾ ਜਿਹੜਾ ਹੈਗਾ ਉਹਦੀ ਪ੍ਰਸੰਗ ਵਿਆਖਿਆ ਕਰਨ ਦੀ ਕੋਸ਼ਿਸ਼ ਕਰਾਂਗੇ, ਅਤੇ ਉਸ ਤੋਂ ਬਾਅਦ ਅਸੀਂ ਇਸ ਕਵਿਤਾ ਦਾ ਥੀਮ ਸਮਝਦਿਆਂ ਹੋਇਆਂ ਇਹਦੇ ਕੇਂਦਰੀ ਭਾਵ ਤੱਕ ਪਹੁੰਚਾਂਗੇ। ਤੋ ਆਓ ਫਿਰ ਆਪਾਂ ਇਹ ਕਵਿਤਾ ਦਾ ਉਚਾਰਨ ਸ਼ੁਰੂ ਕਰਦੇ ਹਾਂ। ਇਹ ਕਵਿਤਾ ਦੇ ਦੋ ਹਿੱਸੇ ਨੇ, ਦੋ ਭਾਗ ਨੇ। ਪਹਿਲੇ ਭਾਗ ਦੇ ਵਿੱਚ ਤਾਜ ਮਹਿਲ ਦੀ ਖੂਬਸੂਰਤੀ ਦਾ ਜ਼ਿਕਰ ਹੈ, ਵਰਣਨ ਹੈ, ਔਰ ਦੂਸਰੇ ਭਾਗ ਦੇ ਵਿੱਚ ਇਸ ਖੂਬਸੂਰਤੀ ਨੂੰ ਉਸਾਰਨ ਦੇ ਪਿੱਛੇ
ਜੋ ਜ਼ਬਰ ਜ਼ੁਲਮ ਹੋਇਆ, ਉਹ ਦ੍ਰਿਸ਼ ਪ੍ਰੋਫੈਸਰ ਮੋਹਨ ਸਿੰਘ ਸਾਡੀਆਂ ਅੱਖਾਂ ਦੇ ਅੱਗੇ ਸਾਕਾਰ ਕਰਦੇ ਆ ਅਤੇ ਫਿਰ ਜਿਹੜਾ ਹੈਗਾ ਇਸ ਚੀਜ਼ ਦਾ ਇੱਕ ਨਤੀਜਾ ਕੱਢਦੇ ਨੇ। ਉਹ ਆਪਾਂ ਇਸ ਕਵਿਤਾ ਦੇ ਵਿੱਚੋਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਕਿ ਦੁੱਧ ਚਿੱਟੀਆਂ ਰਗਦਾਰ ਮਰਮਰਾਂ ਦੇ ਗਲ ਘੱਤ ਕੇ ਬਾਹੀਂ, ਤੇ ਸੋਹਲ ਪਤਲੀਆਂ ਚੰਨ ਦੀਆਂ ਰਿਸ਼ਮਾਂ ਸੁੱਤੀਆਂ ਬੇਪਰਵਾਹੀ, ਕਿ ਬਿਰਛਾਂ ਬੂਟਿਆਂ ਦੇ ਪਰਛਾਵੇਂ ਨਸ਼ਿਆਂ ਨਾਲ ਗੜੂੰਦੇ, ਤੇ ਘਾਹ ਦੇ ਸੋਹਲ ਸੀਨਿਆਂ ਉੱਤੇ ਸਵਾਦ ਸਵਾਦ ਹੋ ਊਂਗੇ, ਤੇ ਲੱਗ ਟਾਹਣਾ ਗਲ ਵੇਲਾਂ ਸੁੱਤੀਆਂ, ਤੇ ਲੱਗ ਵੇਲਾਂ ਗਲ ਕਲੀਆਂ, ਤੇ ਲੱਗ ਕਲੀਆਂ ਗਲ ਗੰਧਾਂ ਸੁੱਤੀਆਂ, ਨੀਂਦ ਵਲੇਵੇਂ ਵਲੀਆਂ, ਤੇ ਸ਼ਾਂਤ ਸੁੱਤੇ ਜਮਨਾ ਦੇ ਕੰਢੇ, ਹਰੇ ਭਰੇ ਤੇ ਸਾਵੇ, ਨੀਂਦ ਵਿਗੁੱਤੀ ਜਲ ਧਾਰਾ ਨੂੰ ਬੰਨੀ ਵਿੱਚ ਕਲਾਵੇ, ਔਰ ਸੁੱਤੇ ਪਾਣੀਆਂ ਦੇ ਵਿੱਚ ਸੁੱਤਾ ਤਾਜ ਮਹਿਲ ਦਾ ਸਾਇਆ, ਤੇ ਜਾਣੋ ਜਮਨਾ ਹਰਨ ਵਾਸਤੇ ਬੁੱਕਲ ਵਿੱਚ ਲੁਕਾਇਆ, ਤੇ ਐਪਰ ਦੂਰ ਸਾਗਰਾਂ ਬੰਨੀ ਨੱਸਣ ਜਦੋਂ ਉਹ ਲੱਗੀ, ਤੇ ਨੀਂਦ ਟੂਣਿਆਂ ਦੇ ਜੰਤਰ ਵਿੱਚ ਟੋਰ ਉਸ ਦੀ ਵੱਜੀ, ਔਰ ਸੁੱਤੇ ਇਸ ਚੌਗਿਰਦੇ ਅੰਦਰ ਮੈਂ ਕੱਲਾ ਇੱਕ ਜਾਗਾਂ, ਜਗ ਰਹੀਆਂ ਦੋ ਅੱਖਾਂ ਮੇਰੀਆਂ ਚੁੱਪ ਚੁੱਪ ਵਾਂਗ ਚਰਾਗਾਂ, ਤੇ ਗੁੰਬਦ ਦਿਆਂ ਉਭਾਰਾਂ ਉੱਤੇ ਮਸਤਾਈਆਂ ਅਲਸਾਈਆਂ, ਫਿਰ ਰਹੀਆਂ ਸਨ ਨਜ਼ਰਾਂ ਮੇਰੀਆਂ ਸੁਹਜ ਸਵਾਦ ਤਰਹਾਈਆਂ, ਤੇ ਤੱਕ ਤੱਕ ਕਸਬ ਹੁਨਰ ਮੁਗਲਾਂ ਦਾ ਹੈਰਤ ਵੱਧਦੀ ਜਾਵੇ, ਤੇ ਸ਼ਾਹਜਹਾਨ ਦੇ ਸੁਹਜ ਸਵਾਦ ਨੂੰ ਲੂੰ ਲੂੰ ਪਿਆ ਸਲਾਵੇ, ਤੇ ਇੰਨੇ ਨੂੰ ਗੁੰਬਦ ਦਾ ਆਂਡਾ ਟੋਟੇ ਟੋਟੇ ਹੋਇਆ, ਤੇ ਚੀਕਾਂ ਕੂਕਾਂ ਤੇ ਫਰਿਆਦਾਂ ਜਾ ਅੰਬਰ ਨੂੰ ਛੋਇਆ, ਤੇ ਹੜ ਮਜ਼ਦੂਰਨੀਆਂ ਦਾ ਵਗਿਆ ਨਾਲ ਮਜ਼ਦੂਰ ਹਜ਼ਾਰਾਂ, ਤੇ ਚੁੱਕੀ ਕਈਆਂ ਦੁਰਮਟ ਤੇਸੇ ਬੱਜੇ ਵਿੱਚ ਵਗਾਰਾਂ, ਤੇ ਦੁਧੀਆਂ ਨਾਲ ਪਲਮ ਦੇ ਬੱਚੇ ਕੰਮੀ ਰੁੱਝੀਆਂ ਮਾਵਾਂ, ਅੱਖਾਂ ਦੇ ਵਿੱਚ ਛਲਕਣ ਅੱਥਰੂ ਹਿੱਕਾਂ ਦੇ ਵਿੱਚ ਆਹਾਂ, ਤੇ ਬੋਕਿਆਂ ਵਰਗੇ ਪੇਟ ਉਹਨਾਂ ਦੇ ਤੁੱਕਿਆਂ ਵਰਗੇ ਗਾਟੇ, ਤੇ ਛਾਲੇ ਛਾਲੇ ਹੱਥ ਉਹਨਾਂ ਦੇ, ਤੇ ਪੈਰ ਵਿਆਈਆਂ ਪਾਟੇ, ਤੇ ਫਿਰ ਵੀ ਕੰਮ ਕਰਾਵਣ ਵਾਲੇ ਮਾਰ ਮਾਰ ਕੇ ਫਾਟਾਂ, ਮਾਸੂਮਾਂ ਦੇ ਪਿੰਡਿਆਂ ਉੱਤੇ ਚਾੜ੍ਹੀ ਜਾਣ ਸਲਾਟਾਂ, ਤੇ ਇੱਦਾਂ ਮਜ਼ਦੂਰਾਂ ਦੀ ਝਾਕੀ ਜਦ ਮੈਨੂੰ ਦਿਸ ਆਈ, ਨਾਲ ਪੀੜ ਦੇ ਕਲਬਲ ਹੋ ਕੇ ਰੂਹ ਮੇਰੀ ਕੁਰਲਾਈ, ਕਿ ਕੀ ਉਹ ਹੁਸਨ ਹੁਸਨ ਹੈ ਸੱਚਮੁੱਚ, ਜਾਂ ਉਂਝੇ ਹੀ ਛਲਦਾ, ਤੇ ਲੱਖ ਗਰੀਬਾਂ ਮਜ਼ਦੂਰਾਂ ਦੇ ਹੰਝੂਆਂ 'ਤੇ ਜੋ ਪਲਦਾ, ਕੀ ਉਹ ਹੁਸਨ ਹੁਸਨ ਹੈ ਸੱਚਮੁੱਚ, ਜਾਂ ਉਂਝੇ ਹੀ ਛਲਦਾ, ਤੇ ਲੱਖ ਗਰੀਬਾਂ ਮਜ਼ਦੂਰਾਂ ਦੇ ਹੰਝੂਆਂ 'ਤੇ ਜੋ ਪਲਦਾ। ਤੋ ਇਹ ਵਿਦਿਆਰਥੀਓ ਕਵਿਤਾ ਸੀ ਜਿਹੜੀ ਜਿਸ ਦਾ ਅਸੀਂ ਉਚਾਰਨ ਕੀਤਾ, ਜਿਸ ਨੂੰ ਅਸੀਂ ਮਾਣਿਆ। ਨਾਲ ਨਾਲ ਇਸ ਕਵਿਤਾ ਨਾਲ ਸੰਬੰਧਿਤ ਅਸੀਂ ਤਸਵੀਰਾਂ ਦੇ ਉੱਪਰ ਨਜ਼ਰ ਮਾਰਦੇ ਰਹੇ। ਹੁਣ ਇਹ ਸਾਹਮਣੇ ਜਿਹੜੀ ਖੂਬਸੂਰਤੀ ਦਿਸ ਰਹੀ ਆ, ਇਸ ਨੂੰ ਪ੍ਰੋਫੈਸਰ ਮੋਹਨ ਸਿੰਘ ਰੱਦ ਕਰਕੇ ਅਤੇ ਇੱਕ ਨਵੇਂ ਜ਼ਾਵੀਏ ਤੋਂ ਦੇਖਦੇ ਨੇ। ਤੋ ਆਓ ਪਹਿਲਾਂ ਆਪਾਂ ਇਸ ਕਵਿਤਾ ਦੀ ਮੋਟੀ ਜਿਹੀ ਪ੍ਰਸੰਗ ਵਿਆਖਿਆ ਕਰ ਲੈਂਦੇ ਹਾਂ ਕਿ ਦੁੱਧ ਚਿੱਟੀਆਂ ਰਗਦਾਰ ਮਰਮਰਾਂ ਦੇ ਗਲ ਘੱਤ ਕੇ ਬਾਹੀਂ, ਸੋਹਲ ਪਤਲੀਆਂ ਚੰਨ ਦੀਆਂ ਰਿਸ਼ਮਾਂ ਸੁੱਤੀਆਂ ਬੇਪਰਵਾਹੀ। ਮਰਮਰਾਂ ਹੁੰਦੀਆਂ ਪਿਆਰੇ ਬੱਚਿਓ ਸੰਗਮਰਮਰ, ਅਤੇ ਰਿਸ਼ਮਾਂ ਹੁੰਦੀਆਂ ਕਿਰਨਾਂ। ਤੋ ਦੁੱਧ ਚਿੱਟੇ, ਬਿਲਕੁਲ ਚਿੱਟੇ ਰੰਗ ਦੇ
ਰਾਗਦਾਰ ਯਾਨੀ ਕਿ ਧਾਰੀਦਾਰ ਸੰਗਮਰਮਰ ਦੇ ਪੱਥਰਾਂ ਦੇ ਗਲ ਨੂੰ ਬਾਹਾਂ ਪਾ ਕੇ ਤੇ ਚੰਨ ਦੀਆਂ ਰਿਸ਼ਮਾਂ ਭਾਵ ਚੰਨ ਦੀਆਂ ਕਿਰਨਾਂ ਬੜੀ ਬੇਪਰਵਾਹੀ ਨਾਲ ਸੁੱਤੀਆਂ ਪਈਆਂ ਹਨ। ਭਾਵ ਕਿ ਕਵੀ ਰਾਤ ਵੇਲੇ ਚਾਨਣੀ ਰਾਤ ਦੇ ਵਿੱਚ ਤਾਜ ਮਹਿਲ ਦੀ ਖੂਬਸੂਰਤੀ ਨੂੰ ਦੇਖ ਰਹੇ ਨੇ, ਕਿਉਂਕਿ ਤਾਜ ਮਹਿਲ ਦੀ ਜਿਹੜੀ ਖੂਬਸੂਰਤੀ ਆ ਦਿਨ ਵੇਲੇ ਹੋਰ ਤਰ੍ਹਾਂ ਦੀ ਹੁੰਦੀ ਆ, ਸ਼ਾਮ ਵੇਲੇ ਹੋਰ ਤਰ੍ਹਾਂ ਦੀ ਹੁੰਦੀ ਆ, ਸੁਬਾਹ ਵੇਲੇ ਹੋਰ ਤਰ੍ਹਾਂ ਦੀ ਹੁੰਦੀ ਆ, ਔਰ ਰਾਤ ਵੇਲੇ ਜਦੋਂ ਚੰਨ ਪੂਰੀ ਤਰ੍ਹਾਂ ਚਮਕ ਰਿਹਾ ਹੁੰਦਾ, ਪੂਰਾ ਚੰਨ, ਅਤੇ ਉਸ ਚਾਨਣੀ ਦੇ ਵਿੱਚ ਤਾਜ ਮਹਿਲ ਦਾ ਵਾਈਟ ਕਲਰ ਦਾ ਜਿਹੜਾ ਚਿੱਟੇ ਰੰਗ ਦਾ ਸੰਗਮਰਮਰ ਉਹ ਚਮਕਦਾ ਅਤੇ ਉਹ ਬੜਾ ਖੂਬਸੂਰਤ ਲੱਗਦਾ। ਅਤੇ ਉਹ ਰਾਤ ਦਾ ਦ੍ਰਿਸ਼ ਕਵੀ ਸਾਕਾਰ ਕਰ ਰਿਹਾ ਕਿ ਬਿਰਛਾਂ ਬੂਟਿਆਂ ਦੇ ਪਰਛਾਵੇਂ ਨਸ਼ਿਆਂ ਨਾਲ ਗੜੂੰਦੇ ਘਾਹ ਦੇ ਸੋਹਲ ਸੀਨਿਆਂ ਉੱਤੇ ਸਵਾਦ ਹੋ ਉਂਘੇ, ਕਿ ਜਿੰਨੀ ਵੀ ਉੱਥੇ ਬਿਰਛ ਰੁੱਖ ਪੌਦੇ ਬੂਟੇ ਲੱਗੇ ਹੋਏ ਨੇ ਉਹਨਾਂ ਦੇ ਜਿਹੜੇ ਪਰਛਾਵੇਂ ਆ ਚਾਨਣੀ ਕਾਰਨ ਜਿਹੜੇ ਉਹਨਾਂ ਦੇ ਪਰਛਾਵੇਂ ਬਣ ਰਹੇ ਆ ਉਹ ਥੱਲੇ ਜ਼ਮੀਨ 'ਤੇ ਲੱਗੇ ਹੋਏ ਘਾਹ ਦੇ ਉੱਪਰ ਪੈ ਰਹੇ ਆ, ਅਤੇ ਉਹ ਵੀ ਐਂ ਲੱਗ ਰਿਹਾ ਕਿ ਜਿਵੇਂ ਕਿਸੇ ਮਸਤੀ ਦੇ ਵਿੱਚ ਨੇ, ਕਿਸੇ ਕਹੇ ਆਨੰਦ ਦੇ ਵਿੱਚ ਨੇ, ਉਂਘ ਰਹੇ ਨੇ, ਸੁਸਤਾ ਰਹੇ ਨੇ ਉਹ ਰਾਤ ਦਾ ਵੇਲਾ ਹੋਣ ਕਰਕੇ। ਅਤੇ ਉੱਥੇ ਦ੍ਰਿਸ਼ ਕੀ ਹੈ ਕਿ ਲੱਗ ਟਾਹਣਾ ਗਲ ਵੇਲਾਂ ਸੁੱਤੀਆਂ ਅਤੇ ਲੱਗ ਵੇਲਾਂ ਗਲ ਕਲੀਆਂ ਅਤੇ ਲੱਗ ਕਲੀਆਂ ਗਲ ਗੰਧਾਂ ਸੁੱਤੀਆਂ ਨੀਂਦ ਵਲੇਵੇਂ ਵਲੀਆਂ, ਕਿ ਉੱਥੇ ਜਿਹੜੇ ਦਰਖਤ ਨੇ ਉਹਨਾਂ ਦੇ ਟਾਹਣਿਆਂ ਦੇ ਉੱਪਰ ਵੇਲਾਂ ਚੜ੍ਹੀਆਂ ਹੋਈਆਂ ਨੇ ਔਰ ਵੇਲਾਂ ਨੂੰ ਬਹੁਤ ਖੂਬਸੂਰਤ ਕਲੀਆਂ ਲੱਗੀਆਂ ਹੋਈਆਂ, ਅਤੇ ਉਹਨਾਂ ਕਲੀਆਂ ਦੇ ਵਿੱਚੋਂ ਗੰਧਾਂ ਮਤਲਬ ਖੁਸ਼ਬੂਆਂ ਸੌਂ ਰਹੀਆਂ ਨੇ। ਇਸ ਵੇਲੇ ਕੁਦਰਤ ਬਿਲਕੁਲ ਸ਼ਾਂਤ ਹੈ, ਮੌਨ ਹੈ। ਨੀਂਦ ਵਲੇਵੇਂ ਵਲੀਆਂ, ਕਿ ਨੀਂਦ ਨੇ ਉਹਨਾਂ ਨੂੰ ਆਪਣੇ ਕਲਾਵੇ ਦੇ ਵਿੱਚ ਜਿਵੇਂ ਲੈ ਲਿਆ ਹੁੰਦਾ, ਇਸ ਤਰ੍ਹਾਂ ਦਾ ਦ੍ਰਿਸ਼ ਹੈ ਕਿ ਸ਼ਾਂਤ ਸੁੱਤੇ ਜਮਨਾ ਦੇ ਕੰਢੇ ਹਰੇ ਭਰੇ ਤੇ ਸਾਵੇ ਨੀਂਦ ਵਿਗੁੱਤੀ ਜਲ ਧਾਰਾ ਨੂੰ ਬੰਨੀ ਵਿੱਚ ਕੁਲਾਵੇ, ਕਿ ਜਿਹੜੀ ਜਮਨਾ ਨਦੀ ਹੈ ਉਹਦੇ ਕੰਢੇ ਬਿਲਕੁਲ ਸ਼ਾਂਤ ਨੇ, ਉਹਦੇ ਕਿਨਾਰੇ ਬਿਲਕੁਲ ਸ਼ਾਂਤ ਹਰੇ ਭਰੇ ਨੇ, ਸਾਵੇ ਨੇ, ਬਿਲਕੁਲ ਹਰਿਆਲੀ ਹੈ, ਗੂੜ੍ਹੀ ਹਰਿਆਲੀ। ਅਤੇ ਨੀਂਦ ਵਿਗੁੱਤੀ ਜਿਹੜੀ ਉਹ ਜਲ ਧਾਰਾ ਜਿਹੜਾ ਪਾਣੀ ਵਗ ਰਿਹਾ ਉਹ ਵੀ ਇਉਂ ਲੱਗਦਾ ਜਿਵੇਂ ਉਹਨੂੰ ਵੀ ਨੀਂਦ ਚੜ੍ਹੀ ਹੋਈ ਆ ਅਤੇ ਉਹ ਹੌਲੀ ਜਿਹੜਾ ਹੈਗਾ ਵਗ ਰਿਹਾ। ਅਤੇ ਸੁੱਤੇ ਪਾਣੀਆਂ ਦੇ ਵਿੱਚ ਸੁੱਤਾ ਤਾਜ ਮਹਿਲ ਦਾ ਸਾਇਆ ਜਾਣੋ ਜਮਨਾ ਹਰਨ ਵਾਸਤੇ ਬੁੱਕਲ ਵਿੱਚ ਲੁਕਾਇਆ। ਪਿੱਛੇ ਅਸੀਂ ਇਹ ਤਸਵੀਰ ਦੇਖ ਕੇ ਆਏ ਹਾਂ ਕਿ ਜਮਨਾ ਦੇ ਕਿਨਾਰੇ 'ਤੇ ਤਾਜ ਮਹਿਲ ਬਣਿਆ ਹੋਇਆ, ਅਤੇ ਜਦੋਂ ਜਮਨਾ ਦਾ ਪਾਣੀ ਸ਼ਾਂਤ ਵਗ ਰਿਹਾ ਹੁੰਦਾ ਤਾਂ ਉਸ ਵੇਲੇ ਤਾਜ ਮਹਿਲ ਉੱਪਰ ਵੀ ਦਿਖ ਰਿਹਾ ਹੁੰਦਾ ਔਰ ਨੀਚੇ ਜਮਨਾ ਦੇ ਪਾਣੀਆਂ ਦੇ ਵਿੱਚ ਵੀ ਉਹਦਾ ਇੱਕ ਅਕਸ ਆ ਜਿਹੜਾ ਉਹ ਦਿਖ ਰਿਹਾ ਹੁੰਦਾ। ਅਤੇ ਉਹ ਕਹਿੰਦਾ ਕਿ ਸੁੱਤੇ ਪਾਣੀਆਂ ਦੇ ਵਿੱਚ ਸੁੱਤਾ ਤਾਜ ਮਹਿਲ ਦਾ ਸਾਇਆ, ਤਾਜ ਮਹਿਲ ਦਾ ਇੱਕ ਅਕਸ ਉਹਨਾਂ ਪਾਣੀਆਂ ਦੇ ਵਿੱਚ ਨਜ਼ਰ ਆ ਰਿਹਾ, ਅਤੇ ਜਾਣੋ ਜਮਨਾ ਹਰਨ ਵਾਸਤੇ ਬੁੱਕਲ ਵਿੱਚ ਲੁਕਾਇਆ। ਇਉਂ ਲੱਗ ਰਿਹਾ ਸੀ ਜਿਵੇਂ ਜਮਨਾ ਨਦੀ ਉਸ ਤਾਜ ਮਹਿਲ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਕੇ ਅਤੇ ਹਰਨ ਉਹਨੂੰ ਭੱਜਣਾ ਚਾਹੁੰਦੀ ਹੋਵੇ ਲੈ ਕੇ। ਅਤੇ ਐ ਪਰ ਦੂਰ ਸਾਗਰਾਂ ਬੰਨੀ ਨੱਸਣ ਜਦੋਂ ਉਹ ਲੱਗੀ ਨੀਂਦ ਟੂਣਿਆਂ ਦੇ ਜੰਤਰ ਵਿੱਚ ਟੋਰ ਉਸ ਦੀ ਵੱਜੀ। ਪਰ ਜਦੋਂ ਹੀ ਉਹ ਉਹਨੂੰ ਕਲਾਵੇ ਦੇ ਵਿੱਚ ਬੰਨ੍ਹ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗੀ ਤਾਂ ਉਹ ਨੀਂਦ ਰਾਤ ਦੀ ਜਿਹੜੀ ਹੈਗੀ ਆ ਸੁਸਤੀ ਦੇ ਵਿੱਚ ਉਸ ਦੇ ਵਿੱਚ ਉਹ ਉਲਝ ਜਾਂਦੀ ਆ ਔਰ ਉਹਦੇ 'ਚ ਉਹ ਸੁਸਤਾ ਜਾਂਦੀ ਆ, ਅਤੇ ਉਹ ਨੀਂਦ ਦੇ ਇੱਕ ਕਿਸਮ ਦੇ ਟੂਣੇ ਦੇ ਵਿੱਚ ਉਹਦੀ ਟੋਰ ਆ ਜਿਹੜੀ ਉਹ ਸਥਿਰ ਹੋ ਜਾਂਦੀ ਆ, ਬੱਝ ਜਾਂਦੀ ਹੈ, ਅਤੇ ਉਹ ਉੱਥੋਂ ਅੱਗੇ ਨਹੀਂ ਜਾ ਸਕਦੀ। ਅਤੇ ਸੁੱਤੇ ਦੇਖੋ ਸਾਰੀ ਹੁਣ ਤੱਕ ਜਿੰਨੀ ਕਵਿਤਾ ਪੜ੍ਹ ਲਈ ਆ ਉਸ ਸਾਰੀ ਕਵਿਤਾ ਦਾ ਮੋਟਾ ਜਿਹਾ ਭਾਵ ਇੰਨਾ ਕਿ ਉਹ ਜਿਹੜਾ ਕੁਦਰਤ ਹੈ ਉਸ ਵੇਲੇ ਰਾਤ ਦੇ ਸਮੇਂ ਬਿਲਕੁਲ ਸ਼ਾਂਤ ਹੈ, ਬਿਲਕੁਲ ਇਉਂ ਲੱਗ ਰਿਹਾ ਕਿ ਸਾਰੀ ਕਾਇਨਾਤ ਆ ਜਿਹੜੀ ਉਹ ਨੀਂਦ ਦੀ ਅਵਸਥਾ ਦੇ ਵਿੱਚ ਆ, ਸੌਂ ਰਹੀ ਹੈ। ਅਤੇ ਸੁੱਤੇ ਇਸ ਚੌਗਿਰ ਦੇ ਅੰਦਰ, ਸੁੱਤੇ ਇਸ ਆਲੇ ਦੁਆਲੇ ਦੇ ਅੰਦਰ ਮੈਂ ਇਕੱਲਾ ਇੱਕ ਜਾਗਾਂ। ਕਵੀ ਕਹਿ ਰਿਹਾ ਕਿ ਮੈਂ ਇਕੱਲਾ ਜਾਗ ਰਿਹਾ ਅਤੇ ਜਗ ਰਹੀਆਂ ਦੋ ਅੱਖਾਂ ਮੇਰੀਆਂ ਚੁੱਪ ਵਾਂਗ ਚਰਾਗਾਂ।
ਤੇ ਮੇਰੀਆਂ ਇਹ ਦੋਵੇਂ ਅੱਖਾਂ ਦੀਵਿਆਂ ਵਾਂਗ ਜਗ ਰਹੀਆਂ ਤੇ ਗੁੰਬਦ ਦੀਆਂ ਉਭਾਰਾਂ ਉੱਤੇ ਮਸਤ ਆਈਆਂ ਅਲਸਾਈਆਂ। ਤੋ ਇਸ ਇਮਾਰਤ ਦੀ ਜਿਹੜੀ ਉੱਪਰਲੀ ਗੁਲਾਈ ਹੈ ਉਹਦੇ ਉੱਪਰ ਮੇਰੀਆਂ ਨਜ਼ਰਾਂ ਘੁੰਮ ਰਹੀਆਂ ਨੇ ਤੇ ਫਿਰ ਰਹੀਆਂ ਸਨ ਨਜ਼ਰਾਂ ਮੇਰੀਆਂ ਸੁਹਜ ਸਵਾਦ ਤਰਹਾਈਆਂ। ਮੇਰੀਆਂ ਨਜ਼ਰਾਂ ਇੱਕ ਖੂਬਸੂਰਤੀ ਨੂੰ ਲੱਭ ਰਹੀਆਂ, ਉਸ ਤਾਜ ਮਹਿਲ ਨੂੰ ਦੇਖ ਰਹੀਆਂ ਨੇ ਰਾਤ ਵੇਲੇ। ਤੇ ਤੱਕ ਤੱਕ ਕਸਬ ਹੁਨਰ ਮੁਗਲਾਂ ਦਾ ਤੇ ਹੈਰਤ ਵੱਧਦੀ ਜਾਵੇ, ਸ਼ਾਹਜਹਾਨ ਦੇ ਸੁਹਜ ਸਵਾਦ ਨੂੰ ਲੂੰ ਲੂੰ ਪਿਆਸ ਲਾਵੇ। ਤਾਂ ਮੈਂ ਜਦੋਂ ਉਹ ਮੁਗਲਾਂ ਦਾ, ਮੁਗਲ ਆਰਕੀਟੈਕਚਰਸ ਦਾ, ਮੁਗਲਾਂ ਦੇ ਕਾਰੀਗਰਾਂ ਦਾ ਹੁਨਰ ਦੇਖ ਰਿਹਾ, ਕਸਬ ਦੇਖ ਰਿਹਾ, ਤੇ ਮੇਰੀ ਹੈਰਤ ਵੱਧ ਰਹੀ ਹੈ, ਮੇਰੀ ਹੈਰਾਨੀ ਵੱਧ ਰਹੀ ਆ। ਇਹ ਗੱਲ ਕਵੀ ਕਹਿ ਰਿਹਾ। ਤੇ ਸ਼ਾਹਜਹਾਨ ਦੇ ਸੁਹਜ ਸਵਾਦ ਨੂੰ, ਸ਼ਾਹਜਹਾਨ ਦੀ ਜਿਹੜੀ ਐਸਥੈਟਿਕ ਸੈਂਸ ਸੀ, ਖੂਬਸੂਰਤੀ ਨੂੰ ਸਮਝਣ ਦੀ ਸਮਰੱਥਾ ਸੀ, ਉਹਨੂੰ ਮੇਰਾ ਲੂੰ ਲੂੰ ਸਲਾਹ ਰਿਹਾ। ਇੱਥੋਂ ਤੱਕ ਵਿਦਿਆਰਥੀਓ ਕਵਿਤਾ ਦਾ ਪਹਿਲਾ ਭਾਗ ਹੈ ਕਿ ਕਵੀ ਨੇ ਤਾਜ ਮਹਿਲ ਦੀ ਪੂਰੀ ਖੂਬਸੂਰਤੀ ਸਾਡੇ ਸਾਹਮਣੇ ਸਾਕਾਰ ਕਰਤੀ ਆ, ਹੈ ਨਾ, ਕਿ ਕਿਵੇਂ ਉਹਦੇ 'ਚ ਜਿਹੜੀ ਹੈਗੀ ਆ ਹੁਨਰ ਭਰਿਆ ਹੋਇਆ ਜਿਹੜਾ ਮੁਗਲ ਆਰਕੀਟੈਕਚਰਸ ਦਾ ਅਤੇ ਮਿਸਤਰੀਆਂ ਦਾ, ਕਾਰੀਗਰਾਂ ਦਾ, ਹੈ ਨਾ, ਅਤੇ ਕਿਵੇਂ ਉਹ ਖੂਬਸੂਰਤ ਲੱਗ ਰਿਹਾ। ਲੇਕਿਨ ਕਵਿਤਾ ਦੇ ਦੂਸਰੇ ਭਾਗ ਦੇ ਵਿੱਚ ਇਸ ਖੂਬਸੂਰਤੀ ਇੱਕਦਮ ਬਿਖਰ ਜਾਂਦੀ ਆ ਅਤੇ ਉਹਨੂੰ ਤਿਆਰ ਕਰਨ ਦੇ ਪਿੱਛੇ ਦਾ ਦ੍ਰਿਸ਼ ਕਵੀ ਸਾਕਾਰ ਕਰ ਦਿੰਦਾ ਕਿ ਇੰਨੇ ਨੂੰ ਗੁੰਬਦ ਦਾ ਆਂਡਾ ਟੋਟੇ ਟੋਟੇ ਹੋਇਆ ਅਤੇ ਚੀਕਾਂ ਕੂਕਾਂ ਅਤੇ ਫਰਿਆਦਾਂ ਜਾ ਅੰਬਰ ਨੂੰ ਛੋਇਆ। ਕਹਿੰਦਾ ਇੰਨੇ ਨੂੰ ਉਹ ਤਾਜ ਮਹਿਲ ਦੇ ਜਿਹੜਾ ਗੁੰਬਦ ਹੈ, ਉੱਪਰਲੀ ਗੁਲਾਈ ਹੈ, ਉਹ ਮੇਰੀਆਂ ਅੱਖਾਂ ਅੱਗੋਂ ਟੋਟੇ ਟੋਟੇ ਹੋ ਜਾਂਦੀ ਆ, ਖਿੰਡ ਜਾਂਦੀ ਆ ਅਤੇ ਮੇਰੀਆਂ ਅੱਖਾਂ ਅੱਗੇ ਇੱਕ ਅਜੀਬ ਕਿਸਮ ਦਾ ਦ੍ਰਿਸ਼ ਸਾਕਾਰ ਹੋ ਜਾਂਦਾ, ਜਿਹਦੇ ਵਿੱਚ ਚੀਕਾਂ ਮਾਰ ਰਹੇ ਨੇ ਲੋਕ, ਕੂਕਾਂ ਆਵਾਜ਼ਾਂ ਦੇ ਰਹੇ ਨੇ, ਫਰਿਆਦਾਂ ਕਰ ਰਹੇ ਨੇ, ਬੇਨਤੀਆਂ ਕਰ ਰਹੇ ਨੇ, ਅਤੇ ਉਹ ਚੀਕਾਂ ਲੋਕਾਂ ਦੀਆਂ, ਉਹ ਲੋਕਾਂ ਦੀਆਂ ਆਵਾਜ਼ਾਂ, ਲੋਕਾਂ ਦੀਆਂ ਬੇਨਤੀਆਂ ਅੰਬਰ ਨੂੰ ਛੋਹ ਰਹੀਆਂ ਨੇ, ਆਵਾਜ਼ਾਂ ਆ ਰਹੀਆਂ ਨੇ। ਅਤੇ ਹੜ੍ਹ ਮਜ਼ਦੂਰਨੀਆਂ ਦਾ ਵਗਿਆ ਅਤੇ ਨਾਲ ਮਜ਼ਦੂਰ ਹਜ਼ਾਰਾਂ, ਚੁੱਕੀ ਕਈਆਂ ਦੁਰਮਟ ਤੇਸੇ ਬੱਝੇ ਵਿੱਚ ਵਗਾਰਾਂ। ਅਤੇ ਉਹ ਉੱਥੇ ਇੱਕ ਮਜ਼ਦੂਰਾਂ ਅਤੇ ਮਜ਼ਦੂਰਨੀਆਂ ਦਾ ਇੱਕ ਕਿਸਮ ਦਾ ਹੜ੍ਹ ਵਗਿਆ ਹੋਇਆ, ਜਿਹੜੇ ਇੱਕ ਵਗਾਰ ਦੇ ਵਿੱਚ ਬੱਝ ਕੇ ਉੱਥੇ ਮਜਬੂਰੀ ਬਸ ਕੰਮ ਕਰ ਰਹੇ ਨੇ, ਧੱਕੇ ਨਾਲ ਜਿਨ੍ਹਾਂ ਤੋਂ ਕੰਮ ਕਰਵਾਇਆ ਜਾ ਰਿਹਾ। ਅਤੇ ਦੁੱਧੀਆਂ ਨਾਲ ਪਲਮ ਦੇ ਬੱਚੇ, ਕੰਮੀ ਰੁੱਝੀਆਂ ਮਾਵਾਂ, ਅੱਖਾਂ ਦੇ ਵਿੱਚ ਛਲਕਣ ਅੱਥਰੂ, ਹਿੱਕਾਂ ਦੇ ਵਿੱਚ ਆਹਾਂ। ਅਤੇ ਉੱਥੇ ਇਹੋ ਜਿਹੇ ਲੋਕ ਵੀ ਕੰਮ ਕਰ ਰਹੇ ਆ ਜਿਨ੍ਹਾਂ ਦੇ ਬੱਚੇ ਦੁੱਧ ਚੁੰਘਦੇ ਨੇ ਅਤੇ ਉਹਨਾਂ ਦੀਆਂ ਮਾਵਾਂ ਕੰਮ 'ਚ ਰੁੱਝੀਆਂ ਹੋਈਆਂ, ਬੱਚੇ ਵਿਲਕ ਰਹੇ ਨੇ ਅਤੇ ਉਹਨਾਂ ਮਾਵਾਂ ਦੀਆਂ ਅੱਖਾਂ 'ਚੋਂ ਅੱਥਰੂ ਵਗ ਰਹੇ ਨੇ ਔਰ ਉਹਨਾਂ ਦੇ ਹਿੱਕਾਂ ਦੇ ਵਿੱਚੋਂ, ਛਾਤੀਆਂ ਦੇ ਵਿੱਚੋਂ ਹਉਕੇ ਉੱਠ ਰਹੇ ਨੇ। ਅਤੇ ਬੋਕਿਆਂ ਵਰਗੇ ਪੇਟ, ਉਹਨਾਂ ਦੇ ਤੁੱਕਿਆਂ ਵਰਗੇ ਗਾਟੇ, ਛਾਲੇ ਛਾਲੇ ਹੱਥ, ਉਹਨਾਂ ਦੇ ਪੈਰ ਬਿਆਈਆਂ ਪਾਟੇ। ਕਿ ਉਹਨਾਂ ਦੇ ਪੇਟ ਸੁੱਕ ਕੇ ਬੋਕਿਆਂ ਵਰਗੇ, ਬੋਕਾ ਇੱਕ ਪਾਣੀ ਭਰਨ ਵਾਲਾ ਥੈਲਾ ਹੁੰਦਾ, ਜਿਹਦੇ 'ਚੋਂ ਪਾਣੀ ਕੱਢ ਦਈਏ ਤਾਂ ਉਹ ਬਿਲਕੁਲ ਪਿਚਕ ਜਾਂਦਾ। ਤੁੱਕਾ ਕਿੱਕਰ ਨੂੰ ਲੱਗਣ ਵਾਲਾ ਇੱਕ ਫਲ ਹੁੰਦਾ, ਤੁਸੀਂ ਦੇਖਿਆ ਕਿ ਉਹ ਬਿਲਕੁਲ ਇੱਕ ਥਾਂ ਤੋਂ ਬੜਾ ਬਰੀਕ ਜਿਹਾ ਹੁੰਦਾ, ਸੁੱਕਿਆ ਜਿਹਾ। ਅਤੇ ਉਹੋ ਜਿਹੇ ਉਹਨਾਂ ਦੇ ਸੁੱਕ ਕੇ ਗਲ ਹੋਏ ਵੇ ਆ, ਲੋਕਾਂ ਦੇ ਹੱਥ ਉਹਨਾਂ ਦੇ ਛਾਲੇ ਛਾਲੇ ਹੋਏ ਵੇ ਆ, ਪੈਰਾਂ 'ਚ ਬਿਆਈਆਂ ਨੇ। ਅਤੇ ਫਿਰ ਵੀ ਕੰਮ ਕਰਾਵਣ ਵਾਲੇ ਮਾਰ ਮਾਰ ਕੇ ਫਾਟਾਂ, ਮਾਸੂਮਾਂ ਦੇ ਪਿੰਡਿਆਂ ਉੱਤੇ ਚਾੜ੍ਹੀ ਜਾਣ ਸਲਾਟਾਂ। ਅਤੇ ਇੱਦਾਂ ਮਜ਼ਦੂਰਾਂ ਦੀ ਝਾਕੀ ਜਦ ਮੈਨੂੰ ਦਿਸ ਆਈ, ਨਾਲ ਪੀੜ ਦੇ ਕਲਬਲ ਹੋ ਕੇ ਰੂਹ ਮੇਰੀ ਕੁਰਲਾਈ। ਫਿਰ ਵੀ ਕੰਮ ਕਰਾਉਣ ਵਾਲੇ ਲੋਕ ਉਹਨਾਂ 'ਤੇ ਤਰਸ ਨਹੀਂ ਕਰ ਰਹੇ, ਉਹਨਾਂ ਨੂੰ ਧੱਕੇ ਨਾਲ ਕੁੱਟਮਾਰ ਕਰਕੇ ਕੰਮ ਕਰਵਾ ਰਹੇ ਆ, ਜਿਹਦੇ ਨਾਲ ਉਹਨਾਂ ਦੇ ਸਰੀਰ ਦੇ ਉੱਪਰ ਸਲਾਟਾਂ, ਲਾਸ਼ਾਂ ਪੈ ਰਹੀਆਂ ਨੇ, ਕੁੱਟਮਾਰ ਦੇ ਨਿਸ਼ਾਨ ਪੈ ਰਹੇ ਨੇ। ਅਤੇ ਕਵੀ ਕਹਿੰਦਾ ਕਿ ਜਦੋਂ ਇੱਦਾਂ ਦਾ ਦ੍ਰਿਸ਼ ਮੇਰੇ ਸਾਹਮਣੇ ਆਇਆ, ਜਿਹਦੇ ਵਿੱਚ ਔਰਤਾਂ 'ਤੇ ਜ਼ੁਲਮ ਹੋ ਰਿਹਾ, ਬੱਚਿਆਂ 'ਤੇ ਜ਼ੁਲਮ ਹੋ ਰਿਹਾ, ਬਜ਼ੁਰਗਾਂ 'ਤੇ ਜ਼ੁਲਮ ਹੋ ਰਿਹਾ, ਅਤੇ ਉਹਨਾਂ ਨੂੰ ਧੱਕੇ ਨਾਲ ਉੱਥੇ ਮਜ਼ਦੂਰੀ ਕਰਵਾਈ ਜਾ ਰਹੀ ਹੈ, ਧੱਕੇ ਨਾਲ ਇਸ ਤਾਜ ਮਹਿਲ ਦੀ ਉਸਾਰੀ ਦੇ ਵਿੱਚ ਉਹਨਾਂ ਤੋਂ ਕੰਮ ਲਿਆ ਜਾ ਰਿਹਾ। ਅਤੇ ਕਹਿੰਦਾ ਜਦੋਂ ਇਹ ਦ੍ਰਿਸ਼ ਮੇਰੀਆਂ ਅੱਖਾਂ ਸਾਹਮਣੇ ਆਇਆ ਤਾਂ ਮੈਂ ਪੀੜ ਨਾਲ ਕਲਬਲ ਹੋ ਕੇ, ਬੇਚੈਨ ਹੋ ਕੇ, ਮੇਰੀ ਰੂਹ ਦੇ ਵਿੱਚੋਂ ਇੱਕ ਆਵਾਜ਼ ਆਉਂਦੀ ਆ। ਉਹ ਕੀ ਆਵਾਜ਼ ਆਉਂਦੀ ਆ ਕਿ ਕੀ ਉਹ ਹੁਸਨ ਹੈ ਸੱਚਮੁੱਚ, ਜਾਂ ਉਂਝੇ ਹੀ ਛਲਦਾ, ਲੱਖ ਗਰੀਬਾਂ ਮਜ਼ਦੂਰਾਂ ਦੇ ਹੰਝੂਆਂ 'ਤੇ ਜੋ ਪਲਦਾ।
कि की वो खूबसूरती है जिहड़ी हुसन हुंदा खूबसूरती, की वो खूबसूरती सच्ची मुच्ची दी खूबसूरती आ जां कोई छलावा जिहड़ी खूबसूरती लखां गरीबां मजदूरां दे हंझूआं नाल तैयार कीती जांदी है। तो कवि की कहना चाहुंदा है? कवि कोल दो चीज़ां ने, एक पासे असीं आ देख रहे हैं कि खूबसूरती है ਜਿਹਦੇ ਵਿੱਚ ਤਾਜ ਮਹਿਲ ਦੀ ਖੂਬਸੂਰਤੀ ਹੈ। ਦੇਖੋ ਦੇਖਣ ਨੂੰ ਬੜਾ ਇਹ ਸਾਰਾ ਬੜਾ ਦ੍ਰਿਸ਼ ਖੂਬਸੂਰਤ ਲੱਗ ਰਿਹਾ, ਕਾਇਨਾਤ ਦਾ ਉੱਥੋਂ ਦੀ ਕੁਦਰਤ ਦਾ ਦ੍ਰਿਸ਼ ਕਵੀ ਖਿੱਚਦਾ। ਲੇਕਿਨ ਦੂਜੇ ਪਾਸੇ ਇਸ ਖੂਬਸੂਰਤੀ ਦੇ ਪਿਛਲਾ ਦ੍ਰਿਸ਼ ਆ ਜਿਹਦੇ ਵਿੱਚ ਸੈਂਕੜੇ ਲੋਕਾਂ ਤੋਂ ਜ਼ਬਰਦਸਤੀ ਕੰਮ ਕਰਵਾਇਆ ਜਾ ਰਿਹਾ, ਔਰਤਾਂ ਤੋਂ ਜ਼ਬਰਦਸਤੀ ਕੰਮ ਕਰਵਾਇਆ ਜਾ ਰਿਹਾ। ਅਤੇ ਇਹ ਇਸ ਖੂਬਸੂਰਤੀ ਨੂੰ ਤਿਆਰ ਕਰਨ ਦੇ ਵਿਚਲਾ ਜਿਹੜਾ ਹੈ ਉਹ ਦ੍ਰਿਸ਼ ਹੈ। तो ये दोनों चीज़ां दे एक किस्म के तुलनात्मक सिट्टे दे विचों कवि की कहंदा कि जिहड़ी वो खूबसूरती आ, भाव के लख गरीबां मजदूरां दा शोषण करके उसारी गई जिहड़ी खूबसूरती आ वो असल खूबसूरती नहीं हुंदी, सगों एक छलावा हुंदी है, धोखा हुंदी है। तो ये इस कविता का जोड़ा है वो केंद्री भाव है कि देखो ताज महल देखण नूं बड़ा खूबसूरत है, तां ही कवि पहले हिस्से दे विच कविता दे विच वो ताज महल की पूरी सारी दी सारी खूबसूरती, सारी दी सारी उहदी सुंदरता ते सोहज साडीआं अखां दे सामने साकार कर दिंदा। लेकिन दूसरे हिस्से दे विच कवि उस सारी खूबसूरती नूं रद्द करके ते वो दृश्य साडे सामने साकार करन दी कोशिश करदा जिहदे विच लोकां तो जबरदस्ती काम करवाया जा रहा, जिहदे विच औरतां ते बच्चिआं ते बजुर्गां ते जुल्म हो रहा, जिहदे विच उन्हां तो काम कराउण दे बदले च उन्हां नूं मेहनत भी नहीं दित्ती जा रही ते उत्थे जिहड़ा हैगा धक्के नाल हो रहा जिहड़ा काम आ उस आधार ते एक खूबसूरती उसारी जा रही है। तो कवि कहंदा कि वो खूबसूरती फिर असल विच खूबसूरती नहीं गी, वो खूबसूरती एक धोखा है। तो इस कविता का केंद्री भाव है कि लखां गरीबां मजदूरां दा शोषण करके उसारी गई खूबसूरती असल खूबसूरती नहीं हुंदी, सगों एक छलावा हुंदी है। सो विद्यार्थियों आपां अज इस कविता दे विच देखिया कि किवें वो खूबसूरती सचमुच दी खूबसूरती नहीं हुंदी, जिहड़ी खूबसूरती किसी दा हक मार के तैयार कीती जांदी आ, जिहड़ी किसी गरीब दे हंझूआं दे नाल तैयार कीती जांदी आ, जिहड़ी किसी गरीब ते जुल्म करके तैयार कीती जांदी आ, वो खूबसूरती एक छलावा हुंदी आ, सचमुच दी खूबसूरती नहीं हुंदी। सो बच्चों तुसीं इस कविता का केंद्री भाव अपनियां कापियां दे विच लिखना, इस कविता नाल संबंधित सारे छोटे प्रश्न अपनियां कापियां दे विच लिखने आ। और जे किसी विद्यार्थी नूं किसी भी तरह की कोई समस्या आउंदी आ तां अपने अध्यापक की मदद लैनी आ। मैं आस करदा कि सारे विद्यार्थी अज दे इस लैक्चर का वध तो वध लाभ लैणगे। तुहाडा बहुत बहुत धन्नवाद, मेहरबानी, शुक्रिया।